पेश है विज्ञान लड़ीवार आने वाला कल दी 47वीं कड़ी। लड़ीवार संयोजक डॉक्टर BK त्यागी। पंजाबी रूपांतर खोज ते लेखन भारत ज्ञान विज्ञान सम्मति पंजाब ते चंडीगढ़। प्यारे श्रोतियो, ਬਣਾਉਟੀ ਬੌਧਿਕਤਾ ਦੀ ਵਿਗਿਆਨ ਵਰਤੋਂ ਤੇ ਭਵਿੱਖ ਬਾਬਤ ਸਾਡੇ ਲੜੀਵਾਰ ਆਉਣ ਵਾਲਾ ਕੱਲ ਦੀ 47ਵੀਂ ਕੜੀ AI ਤੇ ਸਮਾਰਟ ਸ਼ਹਿਰਾਂ ਦੀ ਪਰਿਵਹਿਨ ਵਿਵਸਥਾ ਵਿੱਚ ਨਿੱਘਾ ਸਵਾਗਤ ਹੈ। ਸਤਿ ਸ੍ਰੀ ਅਕਾਲ, ਨਮਸਤੇ। ਸਤਿ ਸ੍ਰੀ ਅਕਾਲ ਦੋਸਤੋ। ਪਿਛਲੀ ਕੜੀ AI ਤਕਨੀਕ ਨਾਲ ਬਦਲੇਗੀ ਸਿੱਖਿਆ ਦੀ ਤਸਵੀਰ। ਇਹਦੇ ਵਿੱਚ ਕਹਾਣੀ ਸੀ ਕਿ ਕਿਵੇਂ ਡਿਜੀਟਲ ਸੰਸਾਰ ਵਿੱਚ AI ਸਹਾਈ ਹੋ ਰਹੀ ਹੈ ਸਾਡੀ ਸਿੱਖਿਆ ਲਈ, ਤੇ ਕੀ ਨੇ ਸੰਭਾਵਨਾਵਾਂ ਸਾਡੀ ਪੁਰਾਣੀ ਤਰਜ਼ ਦੀ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਤਕਨਾਲੋਜੀ ਵਿਕਾਸ ਰਾਹੀਂ ਨਵਾਂ ਨਵੇਲਾ ਸਰੂਪ ਦੇਣ ਦੀਆਂ। ਸੁਣਾਇਆ ਸੀ ਬ੍ਰਿਤਾਂਤ ਕਿ ਕਿਵੇਂ ਅੱਜ ਸਿੱਖਿਆ ਹੀ ਗਿਆਨ ਤੇ ਪ੍ਰਗਤੀ ਦਾ ਆਧਾਰ ਹੈ, ਕਿਵੇਂ ਆਉਣ ਵਾਲੇ ਸਮਿਆਂ ਵਿੱਚ ਵਧੇਗਾ ਬੋਲਬਾਲਾ AI ਦਾ ਸਾਡੀ ਸਿੱਖਿਆ ਪ੍ਰਣਾਲੀ ਦੇ ਆਧੁਨਿਕੀਕਰਨ ਦੇ ਵਿੱਚ। ਮਿੱਤਰੋ, ਸੁਣਾਈ ਸੀ ਕਹਾਣੀ ਕਿ AI ਕਿਵੇਂ ਕਰਦੀ ਹੈ ਵਿਦਿਆਰਥੀਆਂ ਦੀ ਮਦਦ, ਨਾ ਕੇਵਲ ਪੜ੍ਹਾਈ ਲਿਖਾਈ ਦੀ ਪ੍ਰਕਿਰਿਆ ਵਿੱਚ ਹੀ, ਸਗੋਂ AI ਦੀ ਤਾਂ ਹੈ ਬਹੁਤ ਭੂਮਿਕਾ ਕਿੱਤੇ ਤੇ ਰੁਜ਼ਗਾਰ ਦੀ ਚੋਣ ਵਿੱਚ ਵੀ। ਜੀ, ਸੁਣਾਇਆ ਸੀ ਬ੍ਰਿਤਾਂਤ ਕਿ AI ਦੇ ਕਾਰਨ ਅਧਿਆਪਕ ਕਾਪੀਆਂ ਚੈੱਕ ਕਰਨ ਦੀ ਥਾਂ ਬੱਚਿਆਂ ਦੇ ਮਾਨਸਿਕ ਤੇ ਬੌਧਿਕ ਵਿਕਾਸ ਉੱਪਰ ਆਪਣਾ ਸਮਾਂ ਲਗਾਉਣਗੇ। ਸਿੱਖਿਆ ਦੇ ਪ੍ਰਸ਼ਾਸਨ ਤੇ ਅਕਾਦਮਿਕ ਮਾਮਲਿਆਂ ਦਾ ਕੀਤਾ ਜਾਏਗਾ ਸਵੈ ਚਾਲਣ। ਤੇ ਕਹਾਣੀ ਸੀ ਕਿ ਹੁਣ ਤਾਂ ਪਾਠਕ੍ਰਮ ਵੀ ਹਰ ਬੱਚੇ ਦੀਆਂ ਲੋੜਾਂ ਮੁਤਾਬਕ ਬਣੇਗਾ ਤੇ ਸਿੱਖਿਆ ਵਿੱਚ ਆਏ ਇੱਕ ਸੰਪੂਰਨ ਇਨਕਲਾਬ ਦੇ ਜ਼ਰੀਏ ਕਰਾਂਗੇ ਅਸੀਂ ਚੁਣੌਤੀਆਂ ਦਾ ਮੁਕਾਬਲਾ। ਐਲਗੋਰਿਦਮ ਨੈਟਵਰਕ ਤੇ ਉਹਨਾਂ ਦੀ ਕੰਮ ਕਰਨ ਦੀ ਵਿਧੀ ਸਿੱਖਣ ਲਈ ਉਤਸੁਕਤਾ ਪੈਦਾ ਕਰਕੇ ਸਿੱਖਣ ਪ੍ਰਕਿਰਿਆ ਨੂੰ ਆਨੰਦਮਈ ਬਣਾਏਗੀ। ਕਹਾਣੀ ਸੀ ਕਿ ਕ੍ਰਾਮ 101 ਰਾਹੀਂ ਵਿਦਿਆਰਥੀ ਆਪਣੀ ਰੁਚੀ ਤੇ ਯੋਗਤਾ ਅਨੁਸਾਰ ਆਪਣੇ ਚਾਲੇ ਸਿਖਲਾਈ ਪ੍ਰਾਪਤ ਕਰ ਸਕੇਗਾ ਤੇ ਕਾਰਨਿਜੀ ਸਿਖਲਾਈ ਵਿਦਿਆਰਥੀਆਂ ਨਾਲ ਸਿੱਧਾ ਸੰਪਰਕ ਕਾਇਮ ਕਰਨ ਵਿੱਚ ਤੇ ਡਿਜੀਟਲ ਅਧਿਆਪਕ ਸਿਰਜਣ ਵਿੱਚ ਸਹਾਈ ਹੋਵੇਗੀ। ਬਹੁਤ ਹੀ ਪਿਆਰੇ ਸਰੋਤਿਓ, ਸੁਣਾਵਾਂਗੇ ਅੱਜ ਅਸੀਂ ਕਹਾਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੀ, ਵਿਕਾਸ ਦੀ, ਭਵਿੱਖ ਦੇ ਪ੍ਰਭਾਵਾਂ ਤੇ ਖਤਰਿਆਂ ਦੀ ਇਸ ਕੜੀ AI ਅਤੇ ਸਮਾਰਟ ਸ਼ਹਿਰਾਂ ਦੀ ਪਰਿਵਹਿਨ ਵਿਵਸਥਾ ਦੇ ਰਾਹੀਂ। ਤੇ ਫਿਰ ਲਓ ਸੁਣੋ ਸਾਡੇ ਇਹਨਾਂ ਕਲਾਕਾਰਾਂ ਦੀ ਜ਼ੁਬਾਨੀ ਅੱਜ ਦੀ ਕੜੀ AI ਤੇ ਸਮਾਰਟ ਸ਼ਹਿਰਾਂ ਦੀ ਪਰਿਵਹਿਨ ਵਿਵਸਥਾ। ਓਹ ਕੀ ਹੋ ਗਿਆ? ਆਓ ਤੁਸੀਂ ਸਾਰੇ ਦੂਰ ਹਟੋ, ਦੂਰ ਹਟੋ ਸਭ ਲੋਕ। ਤੁਹਾਨੂੰ ਦਿਖਦਾ ਨਹੀਂ? ਤੁਸੀਂ ਅਚਾਨਕ ਆਪਣੀ ਬਾਈਕ ਰੋਕ ਦਿੱਤੀ। ਮੈਂ ਆਪਣੀ ਕਾਰ ਨੂੰ ਕਿਵੇਂ ਕੰਟਰੋਲ ਕਰਦਾ? ਜ਼ਿਆਦਾ ਖੱਪਣਾ ਪਾ, ਦਿਸਦਾ ਨਹੀਂ? ਆਪਣੀ ਭਾਸ਼ਾ ਦਾ ਧਿਆਨ ਰੱਖੋ। ਕੀ ਤੁਸੀਂ ਇੰਡੀਕੇਟਰ ਨਹੀਂ ਦੇਖਿਆ? ਇਹ ਇੱਧਰ ਆਓ, ਦੋਏ ਇੱਧਰ ਆ ਜਾਓ, ਆਪਣੇ ਲਾਇਸੈਂਸ ਦਿਓ, ਜਲਦੀ ਨਿਕਾਲੋ। ਤੁਸੀਂ ਲਾਇਸੈਂਸ ਕਿਉਂ ਮੰਗ ਰਹੇ ਹੋ? ਅਸੀਂ ਆਪੇ ਹੀ ਨਿਪਟਾਰਾ ਕਰ ਲਾਂਗੇ ਜੀ। ਸਰ ਬਿਲਕੁਲ ਠੀਕ ਹੈ, ਅਸੀਂ ਤਾਂ ਪਹਿਲਾਂ ਲੇਟ ਹੋ ਰਹੇ ਹਾਂ। ਬਹੁਤਾ ਨੁਕਸਾਨ ਵੀ ਨਹੀਂ ਹੋਇਆ ਸਾਡਾ। ਠੀਕ ਹੈ, ਆਪਣੀਆਂ ਗੱਡੀਆਂ ਨੂੰ ਪਾਸੇ ਕਰੋ, ਹੋਰਾਂ ਨੂੰ ਜਾਣ ਦਿਓ। ਓਕੇ ਸਰ, ਥੈਂਕ ਯੂ। ਅੱਛਾ, ਆ ਗਏ ਤੁਸੀਂ? ਅੱਜ ਇੰਨੀ ਦੇਰ ਕਿਉਂ ਹੋ ਗਈ? ਨੰਦ ਕੌਰੇ, ਸਵਾਲ ਨਾ ਪੁੱਛੋ, ਮੈਂ ਬਹੁਤ ਥੱਕ ਗਿਆ। ਹਾਂ, ਉਹ ਤਾਂ ਦੇਖ ਹੀ ਰਿਹਾ। ਤੁਸੀਂ ਏਦਾਂ ਕਰੋ, ਹੱਥ ਮੂੰਹ ਧੋ ਲਓ ਤੇ ਮੈਂ ਖਾਣਾ ਤਿਆਰ ਕਰਦੀ ਹਾਂ। ਠੀਕ ਹੈ। ਰਮਨ,
रमन बेटे तू भी आ जा, खाना खा लो, तेरे पापा आ गए ने। हाँ मम्मी, आ रहे हाँ। लगदा है ਤੁਹਾਡੀ ਤਬੀਅਤ ਠੀਕ ਨਹੀਂ। ਹਲਦੀ ਦੇ ਨਾਲ ਨਾ ਗਰਮ ਦੁੱਧ ਲੈ ਲੈਣਾ, ਆਰਾਮ ਮਿਲੇਗਾ। ਇਹਦਾ ਕੋਈ ਫਾਇਦਾ ਨਹੀਂ ਨੰਦ ਕੋਰੇ। ਕਿਉਂ? ਦਿਨ ਬਦਿਨ ਸਥਿਤੀ ਵੱਧ ਤੋਂ ਵੱਧਤਰ ਹੁੰਦੀ ਜਾ ਰਹੀ ਹੈ। ਪ੍ਰਦੂਸ਼ਣ, ਆਵਾਜ਼, ਇਹ ਸਭ ਅਸਹਿ ਬਣ ਰਿਹਾ। ਮੈਂ ਤਾਂ ਬਸ ਆਪਣੀ ਰਿਟਾਇਰਮੈਂਟ ਦੀ ਉਡੀਕ ਕਰ ਰਿਹਾ। 4-5 ਸਾਲ ਪਏ ਨੇ ਅਜੇ। ਕੋਈ ਨਾ, ਤੁਸੀਂ ਨਿਰਾਸ਼ ਨਾ ਹੋਵੋ। ਅੱਜ ਦਾ ਦਿਨ ਹੋਏ 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 ਹੋਏ, ਮੇਰੀ ਪੂਰੀ ਨੌਕਰੀ ਵਿੱਚ ਦੇਖਿਆ ਸਭ ਤੋਂ ਭੈੜਾ ਦਿਨ। ਕੀ ਹੋਇਆ ਪਾਪਾ, ਕੁਝ ਗੰਭੀਰ? ਹਾਂ ਬੇਟਾ, ਪਰ ਕੀ ਹੋਇਆ? ਸਮਝ ਨਹੀਂ ਆਉਂਦੀ ਹਰ ਕੋਈ ਇੰਨੀ ਕਾਹਲੀ 'ਚ ਕਿਉਂ ਹੈ। ਇੰਨੀ ਕਾਹਲੀ ਹੈ ਕਾਹਦੇ ਲਈ? ਪਰ ਪਾਪਾ ਹੋਇਆ ਕੀ? ਅੱਜ ਇੱਕ ਦਿਨ ਤੇ 3 ਐਕਸੀਡੈਂਟ। ਹਾਏ ਰੱਬਾ। ਇੱਕ ਹਾਦਸੇ ਵਿੱਚ ਤਾਂ ਮੋਟਰਸਾਈਕਲ ਸਵਾਰ ਨਾਬਾਲਗ ਦੀ ਮੌਤ ਹੀ ਹੋ ਗਈ। ਮੇਰੀਆਂ ਅੱਖਾਂ ਦੇ ਸਾਹਮਣੇ ਵਾਪਰਿਆ ਹਾਦਸਾ। ਓਹੋ। ਮੋਟਰਸਾਈਕਲ ਸਵਾਰ ਇੱਕ ਟਰੱਕ ਨੂੰ ਬੇਲੋੜਾ ਹੀ ਓਵਰਟੇਕ ਕਰ ਰਿਹਾ ਸੀ। ਟਰੱਕ ਡਰਾਈਵਰ ਉਲਝ ਗਿਆ ਤੇ ਹਾਦਸਾ ਵਾਪਰ ਗਿਆ। ਤੇ ਫਿਰ ਤੁਸੀਂ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ? ਹਾਂ, ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਤਾਂ ਕੀਤੀਆਂ ਹੀ ਨੇ, ਪਰ ਉਸ ਮੋਟਰਸਾਈਕਲ ਵਾਲੇ ਦੀ ਜਾਨ ਤਾਂ ਵਾਪਸ ਨਹੀਂ ਨਾ ਆ ਸਕੇਗੀ। ਤੁਹਾਨੂੰ ਨਾ ਪਹਿਲਾਂ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਇਹ ਸਭ ਤਾਂ ਆਪਣੇ ਢਾਰੇ ਹੀ ਚੱਲਦਾ ਹੈ। ਸ਼ਹਿਰ ਦੀ ਜ਼ਿੰਦਗੀ ਹੈ, ਤੁਸੀਂ ਕੀ ਕਰ ਸਕਦੇ ਹੋ? ਹਾਂ, ਮੈਨੂੰ ਲੱਗਦਾ ਹੈ ਤੁਸੀਂ ਠੀਕ ਹੋ। ਮੈਂ ਕੀ ਕਰ ਸਕਦਾ? ਮੈਂ ਤਾਂ ਬਸ ਸੀਟੀਆਂ ਵਜਾ ਸਕਦਾ। ਉਹਨਾਂ ਲਈ ਜਿਹੜੇ ਨਿਯਮਾਂ ਨੂੰ ਤੋੜਦੇ ਨੇ, ਉਹਨਾਂ ਲਈ ਸੀਟੀਆਂ। ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਸ਼ਹਿਰ ਤੇ ਸਾਡੀ ਅਗਲੀ ਪੀੜ੍ਹੀ ਦਾ ਭਵਿੱਖ ਕੀ ਹੈ। ਭਵਿੱਖ ਉਜਵਲ ਹੈ ਪਾਪਾ। ਰਮਨ, ਮਜ਼ਾਕ ਕਰਨ ਦਾ ਟਾਈਮ ਨਹੀਂ ਹੈ। ਮੈਂ ਮਜ਼ਾਕ ਨਹੀਂ ਕਰ ਰਿਹਾ ਮੰਮੀ, ਮੈਂ ਗੰਭੀਰ ਹਾਂ। ਗੰਭੀਰ? ਹਾਂ, ਮੈਂ ਤੁਹਾਨੂੰ ਸਮਝਾਵਾਂਗਾ, ਪਰ ਪਹਿਲਾਂ ਮੈਨੂੰ ਇੱਕ ਰੋਟੀ ਤਾਂ ਦੇ ਦਿਓ ਖਾਣ ਲਈ। ਅੱਛਾ ਬਾਬਾ, ਇਹ ਲੈ। ਹਾਂ, ਹੁਣ ਸੁਣੋ, ਹਾਲਾਤ ਤੇਜ਼ੀ ਨਾਲ ਬਦਲ ਰਹੇ ਨੇ। ਦਰਅਸਲ ਇਹ ਬਦਲਾਅ ਅਜਿਹੇ ਨੇ ਜੋ ਸਾਨੂੰ ਵੀ ਬਦਲ ਦੇਣਗੇ। ਮੈਂ ਸਮਝਿਆ ਨਹੀਂ ਬੇਟੇ। ਪਾਪਾ, ਮਤਲਬ ਹੈ ਕਿ ਭਵਿੱਖ ਵਿੱਚ ਕੋਈ ਟ੍ਰੈਫਿਕ ਪੁਲਿਸ ਨਹੀਂ ਹੋਏਗੀ। ਕੀ ਆਖਿਆ? ਨਾ ਟ੍ਰੈਫਿਕ ਪੁਲਿਸ, ਨਾ ਸੜਕ ਹਾਦਸੇ। ਇਹ ਕਿਵੇਂ ਸੰਭਵ ਹੈ? ਉਹ ਲੋਕ ਇੰਨੇ ਅਨੁਸ਼ਾਸਨਹੀਨ ਨੇ ਕਿ ਅਨੁਸ਼ਾਸਨਹੀਨ ਤਾਂ ਸਾਡੀ ਵਿਵਸਥਾ ਹੈ, ਪਰ ਭਵਿੱਖ ਵਿੱਚ ਹਾਲਾਤ ਇਸ ਤਰ੍ਹਾਂ ਦੇ ਹੋ ਜਾਣਗੇ ਕਿ ਲੋਕ ਤੇ ਪ੍ਰਸ਼ਾਸਨ ਆਪਣੇ ਵਿਵਹਾਰ ਨੂੰ ਵੀ ਬਦਲਣਗੇ। ਪਰ ਇਹ ਕਿਵੇਂ ਸੰਭਵ ਹੋਏਗਾ? ਤਕਨੀਕ ਦੀ ਵਰਤੋਂ ਕਰਨ, ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ। ਇੰਟੈਲੀਜੈਂਸ ਤੋਂ ਤੁਹਾਡਾ ਕੀ ਮਤਲਬ ਹੈ ਬਈ? ਇੱਥੇ ਮੈਨੂੰ ਆਰਟੀਫੀਸ਼ੀਅਲ ਤੇ ਵੱਡੇ ਪੱਧਰ ਤੇ ਆਵਾਜਾਈ ਵਿਚਕਾਰ ਕੋਈ ਸੰਬੰਧ ਨਹੀਂ ਦਿਸਦਾ। ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ। ਇੰਟੈਲੀਜੈਂਸ ਬਾਰੇ ਤਾਂ ਤੁਸੀਂ ਭੁੱਲ ਹੀ ਜਾਓ। ਪਾਪਾ, ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ। ਕਹਾਣੀ? ਹਾਂ, ਇਹ ਕਹਾਣੀ ਤੁਹਾਨੂੰ ਦਰਸਾਏਗੀ ਕਿ ਭਵਿੱਖ ਕਿਹੋ ਜਿਹਾ ਹੋਏਗਾ। ਕਾਕਾ, ਮੈਨੂੰ ਕੋਈ ਪਰੀ ਕਹਾਣੀ ਨਾ ਸੁਣਾਉਣ ਬਹਿ ਜਾਈ। ਤੁਸੀਂ ਨਵੀਂ ਪੀੜ੍ਹੀ ਦੇ ਬੱਚੇ ਐਵੇਂ ਦਿਨੇ ਹੀ ਸੁਪਨੇ ਦੇਖਦੇ ਰਹਿੰਦੇ ਹੋ। ਨਹੀਂ, ਬਿਲਕੁਲ ਨਹੀਂ ਪਾਪਾ, ਇਹ ਕੋਈ ਪਰੀ ਕਹਾਣੀ ਨਹੀਂ, ਇੱਕ ਵਪਾਰੀ ਦੀ ਕਹਾਣੀ ਹੈ। ਤੁਸੀਂ ਦੱਸਿਆ ਤੁਸੀਂ ਆਪਣਾ ਦਿਨ ਕਿਵੇਂ ਬਿਤਾਇਆ। ਸੁਣੋ, ਇਹ ਕਾਰੋਬਾਰੀ ਆਪਣਾ ਦਿਨ ਕਿਵੇਂ ਬਿਤਾਉਂਦਾ ਹੈ। ਠੀਕ ਹੈ। ਵਪਾਰੀ ਦਾ ਨਾਮ ਹੈ ਸੂਰਜ ਕੁਮਾਰ। ਕਹਾਣੀ ਹੈ ਕਿ ਉਹ ਆਪਣਾ ਦਿਨ ਕਿਵੇਂ ਬਿਤਾਉਂਦਾ ਹੈ। ਹੈਲੋ ਸਰ, ਸੂਰਜ। ਦਰਅਸਲ ਮੈਂ ਆਪਣੇ ਘਰੋਂ ਨਿਕਲਣ ਵਾਲਾ ਹੀ ਸੀਗਾ। ਠੀਕ ਹੈ ਸਰ, ਮੈਨੂੰ ਕੀ ਕਰਨਾ ਚਾਹੀਦਾ ਹੈ? ਓਕੇ ਸਰ, ਰਾਈਟ ਸਰ, ਮੈਂ ਇੱਦਾਂ ਹੀ ਕਰਾਂਗਾ। ਤੁਸੀਂ ਚਿੰਤਾ ਨਾ ਕਰੋ। ਠੀਕ ਹੈ ਸਰ, ਥੈਂਕ ਯੂ ਸਰ, ਮੈਂ ਤੁਹਾਨੂੰ ਅਪਡੇਟ ਕਰ ਦਿਆਂਗਾ। ਕਿਰਨ, ਕਿਰਨ। ਹਾਂਜੀ ਹਾਂਜੀ, ਆ ਰਹੀ ਹਾਂ। ਕੀ ਹੋਇਆ? ਤੁਸੀਂ ਰੌਲਾ ਕਿਉਂ ਪਾ ਰਹੇ ਹੋ? ਮੈਂ ਦਿੱਲੀ ਜਾਣਾ ਹੈ। ਕਦੋਂ? ਹੁਣੇ ਹੀ। ਹੁਣੇ?
ਹਾਂ ਹੁਣੇ ਹੀ। ਕੱਲ ਸਵੇਰੇ ਇੱਕ ਵਫਦ ਸਿੰਗਾਪੁਰ ਤੋਂ ਆ ਰਿਹਾ ਹੈ। ਮੈਨੂੰ ਅੱਜ ਰਾਤ ਤੱਕ ਦਿੱਲੀ ਪਹੁੰਚਣਾ ਪਵੇਗਾ। ਪਰ ਤੁਸੀਂ ਕਿਵੇਂ ਪਹੁੰਚ ਸਕਦੇ ਹੋ? ਬਈ ਹਵਾਈ ਟਿਕਟਾਂ ਸਮੇਤ ਸਾਰਾ ਪ੍ਰਬੰਧ ਹੋ ਗਿਆ ਹੈ। ਬਸ ਮੈਂ ਜਾਣਾ ਹੀ ਹੈ, ਦੈਟਸ ਆਲ। ਓਕੇ, ਕੈਬ ਬੁੱਕ ਕਰ ਲਈਏ? ਉਹੀ ਬੁੱਕ ਕਰ ਰਿਹਾ ਹੈ, ਬਸ ਤੂੰ ਪੈਕਿੰਗ ਕਰਨ 'ਚ ਮੇਰੀ ਮਦਦ ਕਰ। ਲਓ, ਹੈ ਵੀ ਕੋਈ ਕਹਿਣ ਵਾਲੀ ਗੱਲ ਹੈ। ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਤਿਆਰ ਹੋ ਜਾਓ ਤੇ ਮੈਂ ਕਰਦੀ ਹਾਂ ਤੁਹਾਡੀ ਪੈਕਿੰਗ। ਓਕੇ। ਹੈਲੋ ਪ੍ਰਸਾਦ, ਆਓ ਅੰਦਰ ਆ ਜਾਓ। ਹੈਲੋ ਕਿਰਨ, ਕਿਵੇਂ ਹੋ? ਮੈਂ ਠੀਕ ਹਾਂ, ਪਰ ਸੂਰਜ ਤਾਂ ਦਿੱਲੀ ਜਾ ਰਹੇ ਨੇ ਹੁਣੇ ਹੀ। ਹੁਣੇ ਹੀ? ਕੋਈ ਖਾਸ ਗੱਲ? ਹੈਲੋ ਗਣਿਤ ਸ਼ਾਸਤਰੀ, ਕੁਝ ਖਾਸ ਨਹੀਂ, ਸਿਰਫ ਜ਼ਰੂਰੀ ਕਾਰੋਬਾਰੀ ਮੀਟਿੰਗ ਹੈ, ਕੱਲ ਵਾਪਸੀ ਹੋ ਜਾਏਗੀ। ਓਕੇ, ਤਾਂ ਲੱਗਦਾ ਹੈ ਮੈਂ ਗਲਤ ਟਾਈਮ ਤੇ ਆ ਗਿਆ। ਕੋਈ ਖਾਸ ਕਾਰਨ ਆਉਣ ਦਾ? ਨਹੀਂ, ਕੁਝ ਖਾਸ ਤਾਂ ਨਹੀਂ। ਮੈਂ ਤਾਂ ਤੁਹਾਨੂੰ ਹੀ ਮਿਲਣ ਆਇਆ ਸੀ ਬਸ। ਪਰ ਤੁਸੀਂ ਤਾਂ 에ਅਰਪੋਰਟ ਲਈ ਨਿਕਲ ਰਹੇ ਹੋ। ਹਾਂ, ਸਮਾਨ ਪੈਕ ਹੋ ਰਿਹਾ ਹੈ, ਕੈਬ ਵੀ 2 ਮਿੰਟ ਦੇ ਅੰਦਰ ਆ ਰਹੀ ਹੈ। ਅੱਛਾ, ਚਲੋ ਇਹ ਵੀ ਚੰਗਾ ਹੋਇਆ। ਘੱਟੋ ਘੱਟ ਮੈਂ ਮੁਫਤ ਸਵਾਰੀ ਤੇ ਕਰ ਸਕਦਾ ਨਾ। ਮਤਲਬ? ਐਕਚੁਅਲੀ ਮੈਂ ਰਾਮਾਨੁਜਨ ਇੰਸਟੀਚਿਊਟ ਜਾਣਾ ਹੈ। ਕੀ ਤੁਸੀਂ ਰਸਤੇ 'ਚ ਮੈਨੂੰ ਉੱਥੇ ਡ੍ਰੌਪ ਕਰ ਸਕਦੇ ਹੋ? ਹਾਂ ਜ਼ਰੂਰ। ਚਲੋ ਸੂਰਜ, ਤੁਹਾਨੂੰ ਸਾਥ ਮਿਲ ਗਿਆ। ਹਾਂ ਚਲੋ ਹੁਣ ਚਲਿਏ ਪ੍ਰਸਾਦ। ਯੈਸ, ਲੈਟਸ ਗੋ। ਓਕੇ ਕਿਰਨ, ਬਾਏ। ਓਕੇ, ਆਪਣਾ ਧਿਆਨ ਰੱਖਣਾ। ਹਾਂ ਮੈਂ ਕੱਲ ਤੱਕ ਵਾਪਸ ਆ ਜਾਵਾਂਗਾ। ਫੋਨ ਕਰ ਦੇਣਾ ਪਹੁੰਚ ਕੇ। ਹਾਂ ਥੋੜੀ ਦੇਰ ਹੋ ਜਾਏਗੀ ਮੈਨੂੰ। ਓਕੇ, ਬਾਏ ਟੀਸੀ। ਬਾਈ ਲੱਕੀ ਹੈ ਤੂੰ ਸੂਰਜ। ਉਹ ਕਿਉਂ? ਤੁਹਾਨੂੰ ਅਜੇ ਹੀ ਬਿਲਕੁਲ ਨਵੀਂ ਸੈਲਫ ਡਰਾਈਵਿੰਗ ਕਾਰ ਮਿਲੀ ਹੈ, ਪਰ ਜਦੋਂ ਮੈਂ ਕੈਬ ਬੁੱਕ ਕਰਦਾ ਵਾਂ ਮੈਨੂੰ ਇਸ ਤਰ੍ਹਾਂ ਦੀ ਕਾਰ ਨਹੀਂ ਮਿਲਦੀ। ਤੈਨੂੰ ਉਹਦੇ ਲਈ ਥੋੜੇ ਪੈਸੇ ਹੋਰ ਦੇਣੇ ਪੈਣਗੇ। ਕੁਝ ਵੀ ਹੋ ਜੇ, ਜਦੋਂ ਤੱਕ ਇਹ ਸਵੈ ਡਰਾਈਵਿੰਗ ਕਾਰਾਂ ਆਈਆਂ ਨਾ, ਉਦੋਂ ਤੋਂ ਯਾਤਰਾ ਆਰਾਮਦਾਇਕ ਬਣ ਗਈ ਹੈ। ਹਾਂ, ਇਹ ਤਾਂ ਤਕਨੀਕ ਦਾ ਜਾਦੂ ਹੈ, ਬੇਸ਼ੱਕ ਗਣਿਤ ਦਾ। ਹਾਂ ਤੇਰੇ ਨਾਲ ਸਹਿਮਤ ਆ ਪਿਆਰੇ ਗਣਿਤ ਵੇਤਾ ਜੀ। ਬਸ ਉਹਨਾਂ ਦਿਨਾਂ ਨੂੰ ਯਾਦ ਕਰੋ ਜਦੋਂ ਅਸੀਂ ਟ੍ਰੈਫਿਕ ਲਾਈਟਾਂ ਤੇ ਫਸ ਜਾਂਦੇ ਸੀ। ਕਾਰਾਂ ਦੀਆਂ ਕਤਾਰਾਂ ਮੀਲਾਂ ਤੱਕ ਫੈਲੀਆਂ ਹੋਈਆਂ ਹੁੰਦੀਆਂ ਸੀ। ਕੀੜੀ ਦੀ ਚਾਲੇ ਟ੍ਰੈਫਿਕ 'ਚ ਹੀ ਬਹੁਤ ਜ਼ਿਆਦਾ ਹੀ ਦੇਰੀ ਹੋ ਜਾਂਦੀ ਸੀ ਤੇ ਟ੍ਰੈਫਿਕ ਜਾਮ ਸਾਡੀ ਆਧੁਨਿਕ ਜ਼ਿੰਦਗੀ ਦੇ ਚਿਹਰੇ ਤੇ ਇੱਕ ਧੱਬਾ ਹੁੰਦਾ ਸੀ, ਹੈ ਨਾ? 2015 ਚ ਦੁਨੀਆ 'ਚ ਅੰਦਾਜ਼ਨ 1.3 ਅਰਬ ਮੋਟਰ ਵਾਹਨ ਸੀ ਤੇ ਡਿਵੈਲਪਿੰਗ ਇਕਨੋਮਿਕਸ ਵਿੱਚ ਵੱਧਦੀ ਰਹੀ ਅਮੀਰੀ ਦੇ ਨਾਲ ਹੁਣ ਮੋਟਰ ਵਾਹਨਾਂ ਦੀ ਸੰਖਿਆ ਵੱਧ ਕੇ ਲਗਭਗ 2 ਅਰਬ ਹੋ ਗਈ ਹੈ। ਹਾਂ, ਨਵੀਆਂ ਸੜਕਾਂ ਤੇ ਬਾਈਪਾਸ ਬਣਨ ਦੇ ਰਹਿਣ ਦੇ ਬਾਵਜੂਦ ਵੀ ਵੱਧ ਰਿਹਾ ਟ੍ਰੈਫਿਕ ਸਾਡੇ ਸੜਕੀ ਜਾਲ ਦੀ ਸਮਰੱਥਾ ਨੂੰ ਤੇਜ਼ੀ ਨਾਲ ਪਛਾੜ ਸਕਦਾ ਹੈ, ਖਾਸ ਕਰ ਵੱਡੇ ਸ਼ਹਿਰਾਂ 'ਚ। ਪਰ ਇਨਸਾਨ ਦੇ ਹਰ ਸੰਕਟ 'ਚ ਗਣਿਤ ਹਾਜ਼ਰ ਹੁੰਦਾ ਹੈ ਜਨਾਬ। ਮਤਲਬ ਕਿ ਤੁਹਾਡੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਚ ਗਣਿਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਬਈ ਉਹ ਕਿਵੇਂ? ਮੈਂ ਤਾਂ ਇੱਕ ਵਪਾਰੀ ਹੋਣ ਦੇ ਨਾਤੇ ਸਿਰਫ ਨੰਬਰਸ ਨੂੰ ਜਾਣਦਾ, ਪਰ ਗਣਿਤ ਦਾ ਉਪਯੋਗ ਤੇ ਟੈਕਨੋਲੋਜੀ ਇਹ ਮੇਰੇ ਵੱਸ ਦੀ ਗੱਲ ਨਹੀਂ। ਮੈਂ ਸਮਝਾਉਣਾ ਤੁਹਾਨੂੰ। ਠੀਕ ਹੈ, ਹੋ ਜਾਏ ਫਿਰ। ਹੁਣ ਦੇਖੋ, ਅਸੀਂ ਸੈਲਫ ਡਰਾਈਵਿੰਗ ਕਾਰ ਰਾਹੀਂ ਸਫ਼ਰ ਕਰ ਰਹੇ ਹਾਂ। ਮਤਲਬ ਕੋਈ ਡਰਾਈਵਰ ਹੈ ਹੀ ਨਹੀਂ, ਪਰ ਅਜੇ ਵੀ ਕਾਰ ਲਗਭਗ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸੁਰੱਖਿਅਤ ਜਾ ਰਹੀ ਹੈ ਤੇ ਸਾਨੂੰ ਸਹੀ ਮੰਜ਼ਿਲ ਤੇ ਲੈ ਜਾਏਗੀ। ਹਾਂ ਬਿਲਕੁਲ। ਇਹ AI ਕਾਰਨ ਹੈ, ਮਤਲਬ ਆਰਟੀਫੀਸ਼ੀਅਲ ਇੰਟੈਲੀਜੈਂਸ ਕਾਰਨ। ਜਿੱਥੋਂ ਤੱਕ ਖੁੱਲੀ ਥਾਂ ਜਿਵੇਂ ਕਿ ਸੜਕਾਂ ਉੱਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦਾ ਸੰਬੰਧ ਹੈ, ਅਜਿਹੇ ਸਵੈ ਡਰਾਈਵਿੰਗ ਵਾਹਨ ਸ਼ੁਰੂ ਕਰਨ ਤੋਂ ਪਹਿਲਾਂ ਬੁਨਿਆਦੀ ਢਾਂਚੇ ਦੇ ਅਹਿਮ ਹਿੱਸੇ ਵਜੋਂ AI ਨਿਯੰਤਰਿਤ ਸਮਾਰਟ ਟ੍ਰੈਫਿਕ ਪ੍ਰਬੰਧਨ ਪ੍ਰਣਾਲੀ ਸਥਾਪਿਤ ਕਰਨੀ ਜ਼ਰੂਰੀ ਹੁੰਦੀ ਹੈ। ਬਈ ਇਹ ਸਮਾਰਟ ਟ੍ਰੈਫਿਕ ਪ੍ਰਬੰਧਨ ਪ੍ਰਣਾਲੀ ਕੰਮ ਕਿਵੇਂ ਕਰਦੀ ਹੈ? ਗੁੱਡ ਕੁਐਸਚਨ। ਦੇਖੋ, ਇੱਕ ਸਮਾਰਟ ਟ੍ਰੈਫਿਕ ਪ੍ਰਬੰਧਨ ਪ੍ਰਣਾਲੀ ਅਸਲ 'ਚ ਸਵੈ ਡਰਾਈਵਿੰਗ ਵਾਹਨਾਂ ਨੂੰ ਵਧੇਰੇ ਖੁੱਲ੍ਹ ਪ੍ਰਦਾਨ ਕਰਦੀ ਹੈ, ਕਿਉਂਕਿ ਉਹਨਾਂ ਨੂੰ ਬਾਹਰੀ ਹਾਲਾਤਾਂ ਦੁਆਰਾ ਨਿਰਦੇਸ਼ਿਤ ਤੇ ਨਿਯੰਤਰਿਤ ਕੀਤਾ ਜਾ ਸਕਦਾ ਹੈ। ਤੇ ਇਸੇ ਲਈ ਇਹ ਕੁਝ ਕੁ ਸ਼ਹਿਰਾਂ 'ਚ ਹੀ ਸੰਭਵ ਹੋ ਸਕਿਆ ਹੈ, ਹਰ ਜਗ੍ਹਾ ਨਹੀਂ। ਬਿਲਕੁਲ ਸਹੀ ਕਿਹਾ। ਇਹਨਾਂ ਸਵੈ ਡਰਾਈਵਿੰਗ ਰੋਬੋਟਿਕ ਵਾਹਨਾਂ ਨੂੰ ਸਿਖਾਇਆ ਜਾ ਸਕਦਾ ਹੈ ਕਿ ਉਹ ਮਨੁੱਖੀ ਵਾਹਨ ਚਾਲਕਾਂ ਨਾਲੋਂ ਘੱਟ ਗਲਤੀਆਂ ਕਰਨ ਤੇ ਤੇਜ਼ੀ ਨਾਲ ਪ੍ਰਕਿਰਿਆ ਕਰਨ। ਪਰ ਇਸ ਲਈ ਇੱਕ ਬੁੱਧੀਮਾਨ ਟ੍ਰੈਫਿਕ ਕੰਟਰੋਲ ਪ੍ਰਣਾਲੀ ਦੀ ਲੋੜ ਪੈਂਦੀ ਹੈ। ਇਸ ਬੁੱਧੀਮਾਨ ਟ੍ਰੈਫਿਕ ਕੰਟਰੋਲ ਸਿਸਟਮ ਨੂੰ ਡਾਟਾ ਇਕੱਤਰ ਕਰਨ, ਵੱਖ-ਵੱਖ ਪੱਧਰਾਂ ਤੇ ਡਾਟਾ ਵਿਸ਼ਲੇਸ਼ਣ, ਵਿਆਖਿਆ,
ਫੈਸਲਾ ਤੇ ਨਿਯੰਤਰਣ ਦੇ ਸੰਬੰਧ ਵਿੱਚ ਰੂਪਰੇਖਾ ਦਿੱਤੀ ਜਾਣੀ ਚਾਹੀਦੀ ਹੈ। ਉਹ ਬਾਈ ਰੁਕ ਆਪਣੇ ਆਪ ਨੂੰ ਥੋੜਾ ਕਾਬੂ 'ਚ ਰੱਖ, ਬ੍ਰੇਕ ਲਾ ਬਈ। ਕੀ ਹੋਇਆ? ਮੈਂ ਇੱਕ ਸਧਾਰਨ ਵਪਾਰੀ ਹਾਂ, ਮੈਂ ਗਣਿਤਵੇਤਾ ਯਾਨੀ ਤੇਰੇ ਵਰਗੇ ਮੈਥਮੈਟੀਸ਼ੀਅਨਸ ਦੀ ਭਾਸ਼ਾ ਨਹੀਂ ਸਮਝ ਸਕਦਾ। ਠੀਕ ਹੈ, ਫਿਰ ਮੈਂ ਇਹਨੂੰ ਈਜ਼ੀ ਕਰਕੇ ਦੱਸਦਾ। ਹਾਂ, ਐਕਚੁਅਲੀ ਟ੍ਰੈਫਿਕ ਨੂੰ ਕੰਟਰੋਲ ਕਰਨ ਤੇ ਉਸ ਦੀ ਨਿਗਰਾਨੀ ਲਈ ਵਰਤੀ ਜਾਂਦੀ ਟੈਕਨੋਲੋਜੀ ਟ੍ਰੈਫਿਕ ਕੈਮਰਿਆਂ ਰਾਹੀਂ ਬਣਾਉਟੀ ਬੌਧਿਕਤਾ ਦੀ ਵਰਤੋਂ ਕਰਦੀ ਹੈ। ਉਹ ਕਿਵੇਂ? ਇਹ ਪ੍ਰਣਾਲੀ ਸੜਕ ਉੱਪਰ ਚੱਲਣ ਵਾਲੇ ਵਾਹਨਾਂ, ਪੈਦਲ ਯਾਤਰੀਆਂ ਤੇ ਕਿਸੇ ਵੀ ਚੌਰਾਹੇ ਤੇ ਵਾਹਨਾਂ ਦੀ ਗਿਣਤੀ ਦਾ ਪਤਾ ਲਗਾਉਣ ਲਈ ਵੀਡੀਓ ਸੂਚਨਾ ਦੀ ਵਰਤੋਂ ਕਰਦੀ ਹੈ। AI ਸੌਫਟਵੇਅਰ ਇਸ ਜਾਣਕਾਰੀ ਦਾ ਸਕਿੰਟ ਦਰ ਸਕਿੰਟ ਵਿਸ਼ਲੇਸ਼ਣ ਕਰਦਾ ਹੈ। ਚੌਰਾਹੇ ਵਿੱਚ ਦੀ ਟ੍ਰੈਫਿਕ ਨੂੰ ਕੱਢਣ ਦੇ ਸਭ ਤੋਂ ਵਧੀਆ ਤਰੀਕੇ ਮੁਤਾਬਕ ਟ੍ਰੈਫਿਕ ਲਾਈਟਾਂ ਬਦਲਣ ਬਾਰੇ ਖੁਦ ਮੁਖਤਿਆਰੀ ਨਾਲ ਫੈਸਲਾ ਲੈਂਦਾ ਹੈ। ਟ੍ਰੈਫਿਕ ਦੇ ਬਿਹਤਰ ਨਿਯੰਤਰਣ ਦੇ ਲਈ ਇਹ ਫੈਸਲੇ ਗੁਆਂਢੀ ਚੌਰਾਹੇ ਨਾਲ ਸਾਂਝੇ ਵੀ ਕੀਤੇ ਜਾ ਸਕਦੇ ਨੇ। ਠੀਕ ਹੈ, ਇਸੇ ਲਈ ਸੜਕ ਉੱਤੇ ਕੋਈ ਟ੍ਰੈਫਿਕ ਜਾਮ ਨਹੀਂ ਹੈ। ਇਹ ਸਭ ਕਰਨ ਲਈ ਡੇਟਾ ਦੀ ਲੋੜ ਹੁੰਦੀ ਹੈ ਮਿਸਟਰ, ਬਹੁਤ ਸਾਰਾ ਡੇਟਾ। ਟ੍ਰੈਫਿਕ ਨਿਗਰਾਨੀ ਪ੍ਰਣਾਲੀ, ਬੁਨਿਆਦੀ ਸੜਕੀ ਢਾਂਚਾ, ਸਵੈ ਡਰਾਈਵਿੰਗ ਕਾਰਾਂ ਸੰਬੰਧੀ ਬਹੁਤ ਸਾਰੀ ਜਾਣਕਾਰੀ ਉਪਲਬਧ ਹੈ ਤੇ ਡਰਾਈਵਰਾਂ ਬਾਬਤ ਉਹਨਾਂ ਦੇ ਮੋਬਾਈਲ ਫੋਨਾਂ ਤੋਂ ਮਿਲ ਜਾਂਦੀ ਹੈ। ਲੱਖਾਂ ਕੈਮਰੇ ਤੇ ਸੈਂਸਰ ਸਾਡੀਆਂ ਸੜਕਾਂ ਤੇ ਲੱਗੇ ਹੋਏ ਹੁੰਦੇ ਨੇ। ਲੰਘਦੇ ਵਾਹਨ ਸੜਕਾਂ ਦੇ ਹੇਠਾਂ ਲੁਕੋਈਆਂ ਧਾਤ ਦੀਆਂ ਲੂਪਾਂ, ਮਤਲਬ ਇੰਡਕਸ਼ਨ ਲੂਪਸ, ਉਹਨਾਂ ਵਿੱਚ ਹਲਕਾ ਬਿਜਲਈ ਕਰੰਟ ਪੈਦਾ ਕਰਦੇ ਨੇ, ਜਿਹੜਾ ਆਵਾਜਾਈ ਦੀਆਂ ਸਥਿਤੀਆਂ ਬਾਰੇ ਹੋਰ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਟੈਕਨੋਲੋਜੀ ਦੇ ਕੁਝ ਅੰਸ਼ ਜਿਵੇਂ ਕਿ ਇੰਡਕਸ਼ਨ ਲੂਪਸ 1960 ਦੇ ਦਹਾਕੇ ਤੋਂ ਹੀ ਮੌਜੂਦ ਨੇ, ਜਦੋਂ ਕਿ ਟ੍ਰੈਫਿਕ ਨੂੰ ਟਰੈਕ ਕਰਨ ਤੇ ਨੰਬਰ ਪਲੇਟਾਂ ਪੜ੍ਹ ਸਕਣ ਵਾਲੇ ਕੈਮਰੇ ਤਾਂ ਤਾਜ਼ਾ ਹੀ ਨੇ। ਅੱਛਾ, ਤਾਂ ਲੋਕ ਪਿਛਲੀ ਸਦੀ ਤੋਂ ਹੀ ਕੋਸ਼ਿਸ਼ ਕਰ ਰਹੇ ਨੇ। ਉਸ ਤੋਂ ਵੀ ਪਹਿਲਾਂ ਤੋਂ। ਸੂਰਜ, ਮੈਂ ਕਹਿ ਸਕਦਾ ਆਈਜ਼ੈਕ ਨਿਊਟਨ ਦੇ ਸਮੇਂ ਤੋਂ ਹੀ ਅਸੀਂ ਗਣਿਤ ਦੇ ਮਾਡਲ ਬਣਾ ਕੇ ਸੰਸਾਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੇਕਰ ਸਾਡੇ ਕੋਲ ਡੇਟਾ ਹੈ ਤਾਂ ਅਸੀਂ ਚੀਜ਼ਾਂ ਦਾ ਪਤਾ ਲਗਾ ਸਕਦੇ ਹਾਂ। ਇਹ ਬਹੁਤ ਹੀ ਈਜ਼ੀ ਹੈ। ਵਧੇਰੇ ਡੇਟਾ ਦਾ ਅਰਥ ਹੈ ਵਧੇਰੇ ਗਤੀਸ਼ੀਲ ਮਾਡਲ, ਵਧੇਰੇ ਕੁਸ਼ਲ ਸਿਸਟਮ। ਅਜਿਹੇ ਸਿਸਟਮ ਨੇ ਯਾਤਰਾ ਸਮਾਂ ਲਗਭਗ 30% ਘਟਾ ਦਿੱਤਾ ਹੈ ਤੇ ਤੇਲ ਦੀ ਖਪਤ ਵਿੱਚ ਵੀ ਕਾਫੀ ਕਮੀ ਆਈ ਹੈ। ਹਾਂ, ਮੈਨੂੰ ਉਹ ਦਿਨ ਯਾਦ ਹੈ ਜਦੋਂ ਅਸੀਂ ਸੜਕਾਂ ਤੇ ਕਤਾਰਾਂ 'ਚ ਫਸੇ ਹੀ ਰਹਿੰਦੇ ਹੁੰਦੇ ਸੀ। ਸੂਰਜ ਜੀ, ਅਸੀਂ ਉਹਨਾਂ ਦਿਨਾਂ 'ਚ ਸਕੂਲਾਂ ਵਿੱਚ ਹੁੰਦੇ ਸੀ। ਹਾਂ ਬਈ, ਹੁਣ ਤਾਂ ਇਹੋ ਜਿਹੀ ਸਥਿਤੀ ਦੀ ਕਲਪਨਾ ਵੀ ਨਹੀਂ ਕਰ ਸਕਦਾ, ਕਿਉਂਕਿ ਇਹ ਜ਼ਿਆਦਾ ਸਮਾਂ ਬਰਬਾਦ ਕਰਦਾ ਹੈ। ਚੌਂਕਾਂ ਤੇ ਲੱਗੇ ਸਮਾਰਟ ਕੈਮਰੇ ਵੱਖ-ਵੱਖ ਸੜਕ ਉਪਭੋਗਤਾਵਾਂ ਦੀ ਆਪਣੇ ਆਪ ਪਛਾਣ ਕਰ ਸਕਦੇ ਨੇ, ਜਿਸ ਨਾਲ ਟ੍ਰੈਫਿਕ ਸੰਬੰਧਨ ਪ੍ਰਣਾਲੀ ਉਹਨਾਂ ਦੀਆਂ ਲੋੜਾਂ ਅਨੁਸਾਰ ਢਲ ਸਕਦੀ ਹੈ। ਇੱਕ ਹੋਰ ਪ੍ਰਮੁੱਖ ਫਾਇਦਾ ਹੈ ਆਵਾਜਾਈ ਬਿਨਾਂ ਕਿਸੇ ਦੁਰਘਟਨਾ ਦੇ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਤੇ ਦੁਰਘਟਨਾਵਾਂ ਦੀ ਸੰਭਾਵਨਾ ਲਗਭਗ ਜ਼ੀਰੋ ਹੈ। ਹਾਂ ਬਿਲਕੁਲ, ਇਸ ਲਈ ਬਨੌਟੀ ਬੌਧਿਕਤਾ ਦੇ ਦਖਲ ਨਾਲ ਯਾਤਰਾ ਤੇਜ਼ ਤੇ ਸੁਰੱਖਿਅਤ ਬਣ ਗਈ ਹੈ। ਇੱਕ ਹੋਰ ਮਹੱਤਵਪੂਰਨ ਪਹਿਲੂ ਵੀ ਹੈ ਸੂਰਜ, ਜੋ ਤੁਸੀਂ ਭੁੱਲ ਰਹੇ ਹੋ ਸ਼ਾਇਦ। ਕਿਹੜਾ? ਗੱਡੀਆਂ ਦੀ ਪਾਰਕਿੰਗ। ਹਾਂ ਯਾਰ, ਵੱਡੇ ਸ਼ਹਿਰਾਂ 'ਚ ਪਾਰਕਿੰਗ ਦੀ ਥਾਂ ਲੱਭਣੀ ਥਕਾ ਦੇਣ ਵਾਲੀ ਤੇ ਨਿਰਾਸ਼ਾਜਨਕ ਗਤੀਵਿਧੀ ਬਣ ਗਈ ਸੀ। ਰਵਾਇਤੀ ਪਾਰਕਿੰਗ ਸਥਾਨ ਦੂਰ ਹੋ ਤੱਕ ਫੈਲੇ ਹੁੰਦੇ ਸੀਗੇ, ਪਰ ਲੋੜ ਪੈਣ ਤੇ ਪਾਰਕਿੰਗ ਲਗਭਗ ਕਦੇ ਨਹੀਂ ਸੀ ਮਿਲਦੀ, ਕਿਉਂਕਿ ਪਾਰਕਿੰਗ ਸਥਾਨਾਂ ਦਾ ਪ੍ਰਬੰਧਨ ਮਾੜਾ ਹੁੰਦਾ ਸੀ ਤੇ ਪਾਰਕਿੰਗ ਕਰਮਚਾਰੀਆਂ ਦੇ ਨਾਲ ਉਹਨਾਂ ਦੀ ਸਾਂਭ ਸੰਭਾਲ ਕਰਨੀ ਇੱਕ ਮਹਿੰਗਾ ਕੰਮ ਹੁੰਦਾ ਸੀ। ਸਮਾਰਟ ਸ਼ਹਿਰਾਂ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਪਹਿਲਾਂ ਤੋਂ ਹੀ ਮੌਜੂਦ ਰੀਅਲ ਟਾਈਮ ਟ੍ਰੈਫਿਕ ਜਾਣਕਾਰੀ ਲੈ ਸਕਦੀ ਹੈ। ਇਹ ਵੇਖਿਆ ਜਾ ਸਕਦਾ ਹੈ ਕਿ ਕਿੰਨੀਆਂ ਕਾਰਾਂ ਚੱਲ ਰਹੀਆਂ ਨੇ, ਕਿਵੇਂ ਚੱਲ ਰਹੀਆਂ ਨੇ ਤੇ ਕਿੰਨੀਆਂ ਪਾਰਕਿੰਗ ਵਾਸਤੇ ਚੱਕਰ ਲਗਾ ਰਹੀਆਂ ਨੇ। ਇਹ ਉਹਨਾਂ ਨੂੰ ਸਭ ਤੋਂ ਵਧੀਆ ਥਾਂ ਉਪਲਬਧ ਕਰਵਾ ਸਕਦੀ ਹੈ। ਇਹ ਹੈ ਵੱਡੇ ਅੰਕੜਿਆਂ ਦੀ ਤਾਕਤ। ਗਣਿਤ ਪਿਤਾ ਜੀ, ਸਹੀ ਹੈ ਨਾ? ਹਾਂ ਬਿਲਕੁਲ ਸਹੀ। AI ਸਮਾਰਟ ਪਾਰਕਿੰਗ ਸਿਸਟਮ ਇਕੱਠੀ ਕੀਤੀ ਜਾਣਕਾਰੀ ਤੇ ਭੰਡਾਰਨ ਕੀਤੇ ਡੇਟਾ ਦੇ ਆਧਾਰ ਤੇ ਵਾਹਨਾਂ ਨੂੰ ਖਾਲੀ ਪਾਰਕਿੰਗ ਸਥਾਨਾਂ ਲਈ ਰਸਤਾ ਦਰਸਾ ਸਕਦੇ ਨੇ। ਇਸ ਬਿਹਤਰ ਪਾਰਕਿੰਗ ਪ੍ਰਣਾਲੀ ਦੀ ਬਦੌਲਤ ਹੀ ਪੈਸੇ ਦੇ ਨਾਲ-ਨਾਲ ਸਮੇਂ ਦੀ ਵੀ ਬਚਤ ਹੁੰਦੀ ਹੈ। ਬਿਲਕੁਲ ਸਹੀ ਹੈ ਬਈ ਸਮਾਰਟ ਪਾਰਕਿੰਗ ਪ੍ਰਣਾਲੀਆਂ ਵਾਹਨਾਂ ਦੀ ਆਵਾਜਾਈ, ਵਾਹਨਾਂ ਦੀ ਕਿਸਮ, ਭੀੜ ਵਾਲੇ ਸਮੇਂ ਤੇ ਹੋਰ ਡੇਟਾ ਦਾ ਵਿਸ਼ਲੇਸ਼ਣ ਵੀ ਕਰ ਸਕਦੀਆਂ ਨੇ, ਤਾਂ ਜੋ ਭਵਿੱਖ ਦੇ ਰੁਝਾਨਾਂ ਦੀ ਭਵਿੱਖਬਾਣੀ ਕਰਕੇ ਸਹੀ ਸਮੇਂ ਤੇ ਸਹਿਜ ਪਾਰਕਿੰਗ ਕਰਵਾ ਸਕਣ। ਬਈ ਸਵੈਚਾਲਿਕ ਡਿਜੀਟਲ ਭੁਗਤਾਨ ਸਮਾਂ ਬਚਾਉਣ
ਤੇ ਪਾਰਕਿੰਗ ਸਥਾਨਾਂ ਨੂੰ ਵਧੇਰੇ ਕੁਸ਼ਲ ਬਣਾਉਣ ਵਿੱਚ ਪਾਰਕਿੰਗ ਆਪਰੇਟਰ ਦੀ ਮਦਦ ਕਰ ਸਕਦੇ ਨੇ। ਵੈਸੇ ਪ੍ਰਸਾਦ, ਅਸੀਂ ਇਹ ਹਦਾਇਤ ਫੀਡ ਕਰਨੀ ਹੈ ਕਿ ਤੁਹਾਨੂੰ ਕਿੱਥੇ ਉਤਾਰਨਾ ਹੈ, ਨਹੀਂ ਤਾਂ ਇਹ ਕਾਰ ਆਪਣੀ ਸੂਝ-ਬੂਝ ਨਾਲ ਸਿੱਧੀ 에ਅਰਪੋਰਟ ਤੇ ਜਾ ਕੇ ਰੁਕੇਗੀ। ਬਿਲਕੁਲ। ਤਾਂ ਪਾਪਾ, ਕਹਾਣੀ ਕਿਵੇਂ ਲੱਗੀ? ਬੇਟਾ ਕਹਾਣੀ ਤਾਂ ਚੰਗੀ ਸੀ, ਪਰ ਪਰ ਕੀ? ਪਰ ਕੀ ਇਹ ਸਾਡੇ ਸ਼ਹਿਰ 'ਚ ਸੰਭਵ ਹੋ ਜਾਏਗਾ? ਸਾਡੇ ਦੇਸ਼ 'ਚ? ਸਾਡੇ ਦੇਸ਼ ਨੂੰ ਘੱਟ ਨਾ ਸਮਝੋ ਪਾਪਾ, ਅਸੀਂ ਯਕੀਨਨ ਇਸ ਵੱਲ ਜਾ ਰਹੇ ਹਾਂ। ਮੈਨੂੰ ਤਾਂ ਕਿਤੇ ਪੁੱਤ ਨਜ਼ਰ ਨਹੀਂ ਆਉਂਦਾ ਏ। ਜਾਣਕਾਰੀ ਨੂੰ ਸਮਝਣ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੱਡੀ ਸਮਰੱਥਾ ਹੈ। ਇਸ ਸਮਰੱਥਾ ਨੂੰ ਵਰਤਣ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਤਾਂ ਜੋ ਸਾਡੇ ਸ਼ਹਿਰਾਂ 'ਚ ਘੁੰਮਣ ਫਿਰਨ ਦੇ ਤਰੀਕੇ ਨੂੰ ਬਦਲਿਆ ਜਾ ਸਕੇ। ਮਹਾਰਾਸ਼ਟਰ ਵਿੱਚ ਤਾਂ ਪੂਨੇ ਨੇ ਪੂਨੇ ਸਟਰੀਟ ਲਾਈਟ ਪ੍ਰੋਜੈਕਟ ਸ਼ੁਰੂ ਕੀਤਾ ਹੈ ਤਾਂ ਜੋ ਸਟਰੀਟ ਲਾਈਟਾਂ ਵਿੱਚ ਊਰਜਾ ਕੁਸ਼ਲਤਾ ਆ ਸਕੇ, ਜਿਨ੍ਹਾਂ ਨੂੰ ਇੱਕ ਸੁਪਰਵਾਈਜ਼ਰੀ ਨਿਯੰਤਰਣ ਤੇ ਡਾਟਾ ਪ੍ਰਾਪਤੀ ਪ੍ਰਣਾਲੀ ਰਾਹੀਂ ਰਿਮੋਟ ਕੰਟਰੋਲ ਕੀਤਾ ਜਾ ਸਕੇ। ਅੱਛਾ, ਕਿ ਹੋਰ ਕਿਤੇ ਵੀ ਹੋਇਆ ਇਹੋ ਜਿਹਾ ਕੁਝ? ਸੂਰਤ ਨੇ 600 ਤੋਂ ਵੱਧ ਨਿਗਰਾਨੀ ਕੈਮਰਿਆਂ ਦਾ ਇੱਕ ਨੈਟਵਰਕ ਸਥਾਪਿਤ ਕੀਤਾ ਹੈ, ਜਿਸ ਨੂੰ ਸ਼ਹਿਰ ਵਿੱਚ ਸਾਰੇ ਪ੍ਰਮੁੱਖ ਸਥਾਨਾਂ ਤੱਕ ਫੈਲਾਇਆ ਗਿਆ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜ਼ਰੀਏ ਪਾਣੀ ਪ੍ਰਬੰਧਨ ਤੇ ਸ਼ਹਿਰੀ ਯੋਜਨਾਬੰਦੀ ਲਈ ਹੱਲ ਲੱਭਣ ਦੀ ਕੋਸ਼ਿਸ਼ ਵੀ ਹੋ ਰਹੀ ਹੈ। ਤੇ ਪਾਪਾ, ਕੀ ਤੁਸੀਂ ਜਾਣਦੇ ਹੋ ਕੀ ਬੇਟਾ? ਦਿੱਲੀ ਟ੍ਰੈਫਿਕ ਪੁਲਿਸ ਇੱਕ ਇੰਟੈਲੀਜੈਂਟ ਟ੍ਰੈਫਿਕ ਪ੍ਰਬੰਧਨ ਸਿਸਟਮ ITMS ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ AI ਦੀ ਮਦਦ ਨਾਲ ਰਡਾਰ ਆਧਾਰਿਤ ਨਿਗਰਾਨੀ ਤੇ ਕੰਮ ਕਰੇਗਾ। ਇਸ ਦਾ ਇੱਕ ਮੁੱਖ ਸਾਧਨ ਤਾਂ ਹੋਵੇਗਾ ਆਟੋਮੈਟਿਡ ਟ੍ਰੈਫਿਕ ਸਿਗਨਲ। ਇਹ ਟ੍ਰੈਫਿਕ ਵੰਨਗੀ ਵਾਹਨਾਂ ਦੀ ਭੀੜ ਤੇ ਸੰਖਿਆ ਦਾ ਵਿਸ਼ਲੇਸ਼ਣ ਕਰੇਗਾ। ਇਸ ਜਾਣਕਾਰੀ ਨੂੰ ਇੱਕ ਕਲਾਊਡ ਤੇ ਇਕੱਠਾ ਕਰੇਗਾ ਜੋ ਆਵਾਜਾਈ ਦੇ ਪ੍ਰਬੰਧਨ ਲਈ ਵਰਤਿਆ ਜਾਵੇਗਾ। ਇਹ ਸਮਾਰਟ ਟੈਕਨੋਲੋਜੀ ਦੀ ਵਰਤੋਂ ਕਰਨ ਦਾ ਇੱਕ ਹੋਰ ਫਾਇਦਾ ਵੀ ਹੈ। ਉਹ ਕਿਹੜਾ ਬੇਟਾ? ਕਾਨੂੰਨ ਤੋੜਨ ਵਾਲੇ ਯਾਤਰੀਆਂ ਤੇ ਵਾਹਨ ਚਾਲਕਾਂ ਨੂੰ ਫੜਨ ਲਈ ਸਮਾਰਟ ਸਿਸਟਮ ਲਈ ਉੱਚ ਰੈਜ਼ੋਲਿਊਸ਼ਨ CCTV ਕੈਮਰਿਆਂ ਵਰਗੀਆਂ ਵਿਸ਼ੇਸ਼ਤਾਵਾਂ ਵੀ ਹੋਣਗੀਆਂ। ਇਹ ਯਾਨੀ ਕਿ ਆਟੋਮੈਟਿਡ ਨੰਬਰ ਪਲੇਟ ਪਹਿਚਾਣ ਕੈਮਰੇ ਚਲਾਨ ਨੂੰ ਕਾਨੂੰਨ ਤੋੜਨ ਵਾਲੇ ਦੇ ਸਿੱਧਾ ਘਰ ਹੀ ਭੇਜਣਗੀਆਂ। ਚੰਡੀਗੜ੍ਹ ਤਾਂ ਅਜਿਹੇ ਚਲਾਨ ਆ ਵੀ ਰਹੇ ਨੇ। ਵਾਹ, ਤਾਂ ਤੇ ਸਾਡੇ ਕੰਮ ਨੂੰ ਬਹੁਤ ਸੌਖਾ ਕਰ ਦੇਗਾ ਬੇਟਾ। ਹਾਂ ਪਾਪਾ, ਇਹ ਆਵਾਜਾਈ ਕਾਰਨ ਹੁੰਦੀਆਂ ਸਿਹਤ ਸਮੱਸਿਆਵਾਂ ਨੂੰ ਵੀ ਘਟਾਏਗਾ। ਸਾਲ 2018 ਵਿੱਚ ਕਰਵਾਏ ਸਰਵੇਖਣ ਮੁਤਾਬਕ ਲਗਭਗ 31% ਟ੍ਰੈਫਿਕ ਪੁਲਿਸ ਕਰਮਚਾਰੀ ਨੂੰ ਇੱਕ ਜਾਂ ਇੱਕ ਤੋਂ ਵੱਧ ਸਾਹ ਦੀਆਂ ਸਮੱਸਿਆਵਾਂ ਨੇ। ਤੁਹਾਨੂੰ ਨਾ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਚਿੰਤਾ ਨਾ ਕਰੋ ਮੰਮੀ, ਜਲਦੀ ਹੀ ਕੋਈ ਬਦਲਾਅ ਹੋਏਗਾ। ਕਈ ਦੇਸ਼ ਇਸ ਨੂੰ ਟੈਸਟ ਕਰ ਰਹੇ ਨੇ। ਸਾਡੀ ਸਰਕਾਰ ਵੀ ਇਸ ਵਾਰ ਵੱਧ ਰਹੀ ਹੈ। ਤਾਂ ਤੁਹਾਡਾ ਮਤਲਬ ਹੈ ਵੀ ਮੈਨੂੰ ਆਰਾਮ ਨਾਲ ਸੌਂ ਜਾਣਾ ਚਾਹੀਦਾ ਬਿਨਾਂ ਕਿਸੇ ਟੈਨਸ਼ਨ ਦੇ, ਹੈ? ਹਾਂ ਬਿਲਕੁਲ ਪਾਪਾ, ਚਿੰਤਾ ਨਾ ਕਰੋ। ਸਾਡੇ ਕੋਲ ਸਮਾਰਟ ਸ਼ਹਿਰ ਹੋਣਗੇ, ਸਮਾਰਟ ਬੁਨਿਆਦੀ ਢਾਂਚੇ ਵਾਲੇ, ਉਹ ਵੀ ਤੁਹਾਡੀ ਰਿਟਾਇਰਮੈਂਟ ਤੋਂ ਪਹਿਲਾਂ। ਚਲੋ ਬਈ, ਹੁਣ ਚੱਲ ਕੇ ਸੌਂ ਜਾਓ। ਕੱਲ ਨੂੰ ਤੁਸੀਂ ਡਿਊਟੀ ਤੇ ਵੀ ਜਾਣਾ ਹੈ। ਰਮਨ ਪੁੱਤਰ, ਚੱਲ ਤੂੰ ਵੀ ਸੌਂ ਜਾ। ਹਾਂ, ਅੱਜ ਰਾਤ ਮੈਂ ਮਿੱਠੇ ਮਿੱਠੇ ਸੁਪਨੇ ਲੈ ਸਕਦਾ। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ ਆਉਣ ਵਾਲਾ ਕੱਲ ਦੀ 47ਵੀਂ ਕੜੀ। ਹੁਣ ਨੋਟ ਕਰੋ ਅੱਜ ਦੀ ਕੜੀ ਦੇ ਸਵਾਲ। ਪਹਿਲਾ ਸਵਾਲ, ਸਵੈ ਚਾਲਤ ਕਾਰਾਂ ਲਈ ਪਹਿਲਾਂ ਕੀ ਕਰਨਾ ਜ਼ਰੂਰੀ ਹੈ? ਸਵਾਲ ਨੰਬਰ 2, ਸਮਾਰਟ ਆਵਾਜਾਈ ਪ੍ਰਣਾਲੀ ਵਿੱਚ ਨਿਯਮ ਤੋੜਨ ਵਾਲਿਆਂ ਦਾ ਕੀ ਪ੍ਰਬੰਧ ਹੈ ਤੇ ਕਿੱਥੇ ਹੋ ਰਿਹਾ ਹੈ? ਸਵਾਲ ਇੱਕ ਵਾਰੀ ਫਿਰ ਨੋਟ ਕਰ ਲਓ। ਪਹਿਲਾ ਸਵਾਲ, ਸਵੈ ਚਾਲਤ ਕਾਰਾਂ ਲਈ ਪਹਿਲਾਂ ਕੀ ਕਰਨਾ ਜ਼ਰੂਰੀ ਹੈ? ਸਵਾਲ ਨੰਬਰ 2, ਸਮਾਰਟ ਆਵਾਜਾਈ ਪ੍ਰਣਾਲੀ ਵਿੱਚ ਨਿਯਮ ਤੋੜਨ ਵਾਲਿਆਂ ਦਾ ਕੀ ਪ੍ਰਬੰਧ ਹੈ ਤੇ ਕਿੱਥੇ ਹੋ ਰਿਹਾ ਹੈ? ਇਹਨਾਂ ਸਵਾਲਾਂ ਦੇ ਜਵਾਬ ਭੇਜਣ ਲਈ ਸਾਡਾ ਪਤਾ ਨੋਟ ਕਰੋ। ਇੰਚਾਰਜ ਪ੍ਰੋਗਰਾਮ ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001। ਹਿੱਸਾ ਲੈਣ ਵਾਲੇ ਕਲਾਕਾਰ ਪ੍ਰਭਾਸ, ਵਿਕਾਸ ਨੇਬ, ਸੁਦੇਸ਼ ਵਿੰਕਲ, ਸੁਖਵਿੰਦਰ ਕੌਰ, ਪੂਨਮ ਤੇ ਸੁਰਿੰਦਰ ਬਾਠ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ,
ਤੇ ਅਮਨਦੇਵ ਜੋਸ਼ੀ।